ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਜਿਹੜਾ ਕਈ ਦਿਨਾਂ ਦਾ ਇੱਕ ਸਰਕਾਰ ਲੋਕਾਂ ਨੂੰ ਗੁੰਮਰਾਹ ਕਰਨ ਤੇ ਲੱਗੀ ਹੋਈ ਹੈ, ਜਿਸ ਦੇ ਬਾਰੇ ਬੜੀ ਡਿਟੇਲ ਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਜੀਆਂ ਨੇ ਵੀ ਡਿਟੇਲ 'ਚ ਦੱਸਿਆ। ਅਖਬਾਰਾਂ ਨੇ ਵੀ ਗਾਹੇ ਬਗਾਹੇ ਜਿਹੜੀ ਵੀ ਗ੍ਰਾਂਟ ਜਾਰੀ ਹੋਈ ਹੈ ਕੇਂਦਰ ਸਰਕਾਰ ਤੋਂ ਉਹਦੇ ਬਾਰੇ ਦੱਸਦੇ ਰਹੇ ਆ। ਪਰ ਮੈਂ ਸਮਝਦਾ ਸਰਕਾਰ ਦੇ ਜਿੰਨੇ ਵੀ ਨੁਮਾਇੰਦੇ ਟੈਲੀਵਿਜ਼ਨ ਤੇ ਆਉਂਦੇ ਆ, ਅਖਬਾਰਾਂ ਦੇ ਵਿੱਚ ਬਿਆਨ ਭੇਜਦੇ ਆ, ਮੁੱਖ ਮੰਤਰੀ ਸਾਹਿਬ ਪੜ੍ਹਦੇ ਆ ਕਿ ਨਹੀਂ ਪੜ੍ਹਦੇ, ਉਹਨਾਂ ਦੇ ਜਿਹੜੇ ਵੀ ਮੀਡੀਆ ਐਡਵਾਈਜ਼ਰ ਜਾਂ ਮੀਡੀਆ ਕਰਮੀ ਲਿਖ ਕੇ ਭੇਜਦੇ ਆ, ਬੜਾ ਵੱਡਾ ਝੂਠ ਇੱਕ ਕਿਸਮ ਦਾ ਜਨਤਾ ਦੇ ਸਾਹਮਣੇ ਪੇਸ਼ ਜਿਹੜਾ ਹੈ ਉਹ ਕੀਤਾ ਜਾਂਦਾ ਹੈ। ਮੈਂ ਇੱਕ ਬੇਨਤੀ ਕਰਾਂ ਕਿ ਜਿਹੜੇ ਪੈਸੇ ਆਏ ਆ, ਕਈ ਪੈਸਿਆਂ ਨੂੰ ਜਦੋਂ ਹੁਣ ਦੱਸੀਦਾ ਕਿ ਇਸ ਤਰੀਕ ਨੂੰ ਇਸ ਚਿੱਠੀ ਨਾਲ ਜਾਰੀ ਹੋਈ ਹੈ ਤਾਂ ਫਿਰ ਉਹਨੂੰ ਥੋੜਾ ਡਾਈਵਰਟ ਕਰ ਲੈਂਦੇ ਆ ਗੱਲ ਨੂੰ ਕਿ ਇਹ ਤਾਂ ਸਰਕਾਰ ਤੋਂ ਅਸੀਂ ਲੈਣੇ ਹੀ ਸੀ ਤਾਂ ਆਏ ਆ। ਮੈਂ ਇੱਕ ਬੇਨਤੀ ਕਰਾਂ, ਜੇ ਲੈਣੇ 17-18 ਦੇ ਵੀ ਜੇ ਕੋਈ ਪੈਸੇ ਰਹਿੰਦੇ ਸੀ, ਕੋਈ ਕੰਪਨਸੇਸ਼ਨ ਦੀ ਗੱਲ ਹੈ, ਕੋਈ ਡਿਫਰੈਂਸਿਸ ਦੀ ਗੱਲ ਹੈ, 18-19 ਦਾ ਸੀ ਜੇ ਕੋਈ ਉਹ ਵੀ ਰਹਿੰਦਾ ਸੀ, ਤੇ ਜੇ ਪਹਿਲਾਂ ਸਾਲ 2 ਸਾਲ ਲੰਘ ਗਏ ਸੀ ਤਾਂ ਸਾਲ 2 ਸਾਲ ਕਈ ਵਾਰੀ ਸਰਕਾਰਾਂ ਹੋਰ ਵੀ ਲੰਘਾ ਦਿੰਦੀਆਂ। ਇਸ ਕਰਕੇ ਮੈਂ ਮੋਟਾ ਜਿਹਾ ਇੱਕ ਉਸ ਪਾਸੇ ਜ਼ਰੂਰ ਦੱਸੂਗਾ ਕਿ ਭਾਵੇਂ 1129 ਕਰੋੜ ਰੁਪਏ ਅਕਤੂਬਰ ਨਵੰਬਰ 2019 ਦਾ ਕੋਈ ਬਕਾਇਆ ਸੀ ਉਹ ਵੀ ਦਿੱਤਾ, 17-18 ਤੇ 18-19 ਦਾ 1237 ਕਰੋੜ ਦਾ ਸੀ ਬਕਾਇਆ ਉਹ ਵੀ ਦਿੱਤਾ, 638 ਕਰੋੜ ਰੁਪਏ 15ਵੇਂ ਵਿੱਤ ਕਮਿਸ਼ਨ ਦਾ ਫਾਈਨਾਂਸ ਦਾ ਫਰਕ ਸੀ ਉਹ ਵੀ ਦਿੱਤਾ, 823 ਕਰੋੜ ਅਪ੍ਰੈਲ ਦਾ GST ਵੀ ਜਾਰੀ ਕਰਤਾ, ਮਨਰੇਗਾ ਦੇ ਵੀ ਪੈਸੇ ਜਾਰੀ ਕਰਤੇ, ਹੋਰ ਵੀ ਜਿਹੜੇ ਸਾਰੇ ਜਿੰਨੇ ਸਰਕਾਰ ਦੇ ਪੈਸੇ ਲੈਣ ਵਾਲੇ ਰਹਿੰਦੇ ਸੀ ਲਗਭਗ ਜਿਹੜੇ ਆ ਉਹ ਜਾਰੀ ਕੀਤੇ, ਔਰ ਕੁਝ ਹੋ ਸਕਦਾ ਰਹਿੰਦੇ ਵੀ ਹੁਣ। ਮੈਂ ਉਸ ਪਾਸੇ ਨਹੀਂ ਜਾਣਾ। ਇਹ 4,4200 ਕਰੋੜ ਰੁਪਈਆ ਬਣਦਾ ਜਿਹੜਾ ਇਹ ਜਾਰੀ ਹੋਇਆ। ਹੁਣ ਉਹ ਸਾਡੇ ਸਰਕਾਰ ਦੇ ਸੱਜਣ ਇਸ ਗੱਲ ਨੂੰ ਪੁੱਛਦੇ ਹੁੰਦੇ ਆ ਕਿ ਜੀ COVID-19 ਜਿਹੜਾ ਇਹ ਸਾਡਾ ਕਰੋਨਾ ਮਹਾਮਾਰੀ ਹੈ ਇਹਦੇ ਬਾਰੇ ਕੀ ਜਾਰੀ ਕੀਤਾ। ਮੈਂ ਇੱਕ ਬੇਨਤੀ ਕਰਾਂ, ਲੋਕਾਂ ਨੂੰ ਗੁੰਮਰਾਹ ਨਾ ਕਰੋ। ਸਭ ਤੋਂ ਵੱਡੀ ਗੱਲ ਹੈ ਕਿ 15 ਕਿਲੋ ਇੱਕ ਜੀ ਪਿੱਛੇ ਕਣਕ ਤੇ 3 ਕਿਲੋ ਦਾਲ ਜਿਹੜੀ ਹੈ ਤੁਹਾਨੂੰ ਇਹ ਲਗਭਗ ਅੱਜ 25 ਦਿਨ ਹੋ ਗਏ ਜਾਂ 22-25 ਦਿਨ ਹੋ ਗਏ ਆ ਜਿਹੜੇ ਤੁਹਾਨੂੰ ਜਾਰੀ ਕੀਤੇ। ਪੰਜਾਬ ਦੇ 1 ਕਰੋੜ 41 ਲੱਖ ਲੋਕਾਂ ਨੂੰ ਮਿਲਣੀ ਚਾਹੀਦੀ ਸੀ। ਇਹ ਪੰਜਾਬ ਦੇ ਲੋਕ ਜਾਣਦੇ ਆ ਵੀ ਤੁਸੀਂ ਕਿੰਨੇ ਲੋਕਾਂ ਦੇ ਘਰਾਂ ਦੇ ਵਿੱਚ ਕਣਕ ਤੇ ਦਾਲ ਜਿਹੜੀ ਉਹ ਜਿਹੜੀ ਆ ਪਹੁੰਚਾਈ ਹੈ। ਪੈਸੇ ਕਿੰਨੇ ਬਣਦੇ ਆ? ਲਗਭਗ 736 ਕਰੋੜ ਰੁਪਈਆ। 736 ਕਰੋੜ ਰੁਪਈਆ, ਅੰਦਾਜ਼ਾ ਲਾਓ ਕਿ ਕਿੰਨੇ ਪੈਸੇ ਹੁੰਦੇ ਆ। ਇਸੇ ਤਰ੍ਹਾਂ ਜਿਹੜਾ ਹੈਲਥ ਮਿਸ਼ਨ ਦੇ ਵਿੱਚੋਂ ਪੈਸੇ ਜਾਰੀ ਕੀਤੇ ਆ, 112 ਕਰੋੜ ਰੁਪਏ ਜਾਰੀ ਕਰਤੇ, ਹਾਲਾਂਕਿ ਕੋਈ ਉਹ ਗ੍ਰਾਂਟ ਨਹੀਂ ਹੁੰਦੀ, ਉਹ ਮੋਦੀ ਸਾਹਿਬ ਦੀ ਸਰਕਾਰ ਨੇ ਜਾਰੀ ਕੀਤੇ ਸਿਰਫ ਇਸ ਕਰਕੇ ਕਿ ਹਸਪਤਾਲਾਂ ਦੇ ਵਿੱਚ ਕੋਈ ਕਿੱਟਾਂ ਦੀ ਖਰੀਦਣ ਦੀ ਲੋੜ ਹੈ, ਕੋਈ ਵੈਂਟੀਲੇਟਰ ਖਰੀਦਣ ਦੀ ਲੋੜ ਹੈ, ਕੋਈ ਹਸਪਤਾਲ ਨੂੰ ਅਪਗ੍ਰੇਡ ਕਰਨ ਦੀ ਲੋੜ ਹੈ, ਕੁਝ ਵੀ ਕਰਨ ਦੀ ਲੋੜ ਹੈ। 112 ਕਰੋੜ ਕਰਕੇ ਜਨਤਾ ਨੂੰ ਦੱਸ ਦਿਓ ਕਿ ਵੀ 112 ਕਰੋੜ ਦਾ ਤੁਸੀਂ ਕਿਤੇ ਕੁਝ ਕੀ ਖਰੀਦਿਆ। ਦਾਲ ਤੇ ਜਿਹੜੀ ਕਣਕ ਹੈ ਉਹ ਤੁਸੀਂ ਘਰ ਘਰ ਨਹੀਂ ਪਹੁੰਚਾਈਏ, ਲੋਕ ਤਰ੍ਹਾਂ ਕਰੀ ਜਾਂਦੇ ਆ, ਹਰ ਰੋਜ਼ ਅਖਬਾਰਾਂ ਦੇ ਵਿੱਚ ਫੋਟੋਆਂ ਜਿਹੜੀਆਂ ਉਹ ਲੱਗੀ ਜਾਂਦੀਆਂ। ਔਰ ਜਿਹੜਾ 4,4200 ਕਰੋੜ ਰੁਪਈਆ ਜਾਰੀ ਹੋਇਆ ਉਹ ਵੀ ਸਰਕਾਰ ਦੇ ਖਾਤੇ 'ਚ ਹੀ ਆਇਆ, ਉਹ ਵੀ ਤੁਸੀਂ ਦੱਸ ਦਿਓ ਵੀ ਕਿੱਥੇ ਖਰਚਿਆ। ਅੱਜ ਤੁਸੀਂ ਆਸ਼ਾ ਵਰਕਰਾਂ ਦੀ ਵੀ ਤਨਖਾਹ ਕੱਟ ਰਹੇ ਹੋ, ਤੁਸੀਂ ਠੇਕੇ ਤੇ ਅਧਿਕਾਰੀ ਕਰਮਚਾਰੀ ਜਿਹੜੇ ਲੱਗੇ ਉਹਨਾਂ ਦੀ ਵੀ ਤਨਖਾਹ ਕੱਟ ਰਹੇ ਹੋ, ਅੱਜ ਤੁਸੀਂ ਬਾਕੀ ਦੇ ਮੁਲਾਜ਼ਮਾਂ ਦੀ ਵੀ ਤਨਖਾਹ ਕੱਟਣ ਲਈ ਤਿਆਰ ਹੋਏ ਹੋ। ਪਰ ਜਿਹੜੇ ਇੰਨੇ ਪੈਸੇ ਤੁਹਾਡੇ ਖਜ਼ਾਨੇ 'ਚ ਆਏ ਹੈ, ਤੁਹਾਡੇ ਵਿੱਤ ਮੰਤਰੀ ਸਾਹਿਬ ਨੇ ਇੱਕ ਟੈਲੀਵਿਜ਼ਨ ਦੀ ਇੰਟਰਵਿਊ ਦੇ ਵਿੱਚ ਖੁਦ ਮੰਨੇ ਕਿ ਸਾਡੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ, ਤੇ ਜੇ ਕਮੀ ਨਹੀਂ ਹੈ ਤਾਂ ਫਿਰ ਕੰਮ ਕਰਨ ਲਈ ਕਿਉਂ ਨਹੀਂ ਦਿਖਦੇ ਪੈਸੇ? ਇਹ ਕਿੱਥੇ ਫਿਰ ਆਪਾਂ ਕਰਦੇ ਕੀ ਹੈ ਕਿ ਮਤਲਬ ਸਰਕਾਰ ਵੈਸੇ ਹੀ ਸੁੱਤੀ ਪਈ ਹੈ। ਚੱਲ ਖੈਰ, ਮੈਂ ਅੱਜ ਅੰਕੜਿਆਂ ਦੀ ਗੱਲ ਹੀ ਤੁਹਾਡੇ ਸਾਹਮਣੇ ਰੱਖੂੰਗਾ। ਦੇਖੋ, ਸਭ ਤੋਂ ਪਹਿਲੀ ਗੱਲ ਹੈ ਕਿ ਇਹ ਮੈਂ ਤੁਹਾਨੂੰ ਉਹ ਗਣਾਇਆ 112 ਕਰੋੜ ਤੁਹਾਡੇ ਹਸਪਤਾਲਾਂ ਦੇ ਵਿੱਚ ਸਮਾਨ ਖਰੀਦਣ ਲਈ, 736 ਕਰੋੜ ਰੁਪਈਆ ਤੁਹਾਨੂੰ ਕਣਕ ਤੇ ਦਾਲ ਦਾ ਜਿਹੜਾ ਕਿ ਤੁਹਾਨੂੰ ਐਲੋਕੇਟ ਕੀਤਾ, ਮੇਰਾ ਖਿਆਲ ਹੈ ਕਿ 28-30 ਮਾਰਚ ਦਾ, ਔਰ ਇਹ ਤੁਹਾਡਾ ਡਾਇਰੈਕਟ ਤੁਹਾਡੇ ਕੋਲ ਆਇਆ। ਇੱਕ ਜਿਹੜਾ ਸਭ ਤੋਂ ਵੱਡਾ ਰੌਲਾ ਹੈ ਜਿਹੜਾ ਤੁਸੀਂ ਜਨਤਾ ਨੂੰ ਦੱਸ ਨਹੀਂ ਰਹੇ, ਉਹ ਕੀ ਹੈਗਾ ਕਿ 247 ਕਰੋੜ ਰੁਪਏ ਸਟੇਟ ਡਿਜ਼ਾਸਟਰ ਰਿਸਕ ਫੰਡ ਦੇ ਵਿੱਚ ਕੇਂਦਰ ਨੇ ਆਪਦੀ ਜਿਹੜੀ 2020 ਦੀ ਕਿਸ਼ਤ ਆ ਉਹ ਭੇਜ ਦਿੱਤੀ ਹੈ। ਹੁਣ ਪਹਿਲੀ ਗੱਲ ਹੈ, ਇੱਕ ਗੱਲ ਮੈਂ ਦੱਸ ਦਿਆਂ ਕਿ ਲੋਕਾਂ ਨੂੰ ਗੁੰਮਰਾਹ ਕਰਦੇ ਆ ਜੀ, ਕਹਿੰਦੇ ਇਹ ਦੱਸਣ ਵੀ ਪੈਸੇ ਕਿੱਥੇ ਛੱਡ ਕੇ ਗਏ ਸੀ। ਮੇਰੀ ਇੱਕ ਬੇਨਤੀ ਹੈ, ਕੋਈ ਪੈਸੇ ਕੋਈ ਇਹ ਨਹੀਂ ਹੁੰਦਾ ਕਿ ਕੋਈ ਤੂੜੀ ਦਾ ਕੋਠਾ ਭਰਿਆ ਤੇ ਵੀ ਉਸ ਕੋਠੇ ਨੂੰ ਭਰੇ ਪਏ ਹੁੰਦੇ ਆ ਵੀ ਫਲਾਣੇ ਪੈਸੇ ਹੈ। ਇਹਦੇ ਬਾਰੇ ਮੈਂ ਥੋੜਾ ਜਿਹਾ ਦੱਸ ਦਿਆਂ ਵੀ ਇਹ ਫੰਡ ਕੀ ਚੀਜ਼ ਹੈ। 2003 ਦੇ ਵਿੱਚ
ਇੱਕ ਲੋਕ ਸਭਾ ਦੀ ਕਮੇਟੀ ਬਣੀ, ਕਮੇਟੀ ਬਣਨ ਤੋਂ ਬਾਅਦ ਰეკਮੈਂਡੇਸ਼ਨ ਆਈਆਂ, ਰეკਮੈਂਡੇਸ਼ਨਾਂ ਤੋਂ ਬਾਅਦ 2005 ਦੇ ਤੋਂ ਸ਼ੁਰੂ ਹੋਇਆ ਇਹ ਫੰਡ, ਜਿਹਦਾ ਨਾਂ ਰੱਖਿਆ ਸਟੇਟ ਡਿਜ਼ਾਸਟਰ ਰਿਸਕ ਫੰਡ। ਔਰ ਇਹਦੇ 'ਚ ਕੰਡੀਸ਼ਨਾਂ ਕੀ ਨੇ? ਤੈਅ ਕਰਦਾ ਕਿ ਹਰ ਸਾਲ ਕਿੰਨੀ ਜਿਹੜੀ ਹੈਗੀ ਹੈ ਉਹਦੇ ਵਿੱਚ ਉਹ ਫੰਡ ਜਿਹੜੇ ਆ ਉਹ ਪੈਣੇ ਆ। ਜਦੋਂ ਉਹ ਫੰਡ ਜਿਹੜੇ ਪੈਣੇ ਆ 75% ਜੇ ਮੈਂ ਗਲਤ ਨਾ ਹੋਵਾਂ ਤਾਂ ਕੇਂਦਰ ਦਾ, ਤੇ 25% ਜਿਹੜਾ ਉਹ ਸਟੇਟ ਦਾ। ਤੇ ਉਹਦੇ ਵਿੱਚ ਕਾਨੂੰਨ ਬਣ ਗਿਆ ਕਿ ਸਟੇਟ ਦੀ ਸਰਕਾਰ ਖੁਦ ਪੈਸੇ ਵਰਤ ਨਹੀਂ ਸਕਦੀ। ਉਹਨੂੰ ਜਦੋਂ ਕੋਈ ਐਸੀ ਵੱਡੀ ਆਫਤ ਆਊਗੀ ਜਿਹਨੂੰ ਕਿ ਕੇਂਦਰ ਡਿਕਲੇਅਰ ਕਰੂਗਾ ਵੀ ਇਹ ਮਹਾਮਾਰੀ ਹੈ, ਕੋਈ ਵੱਡਾ ਆਫਤ ਆ ਗਈ ਹੈ, ਤਾਂ ਉਹ ਜਦੋਂ ਡਿਕਲੇਅਰ ਹੋਊਗੀ ਤਾਂ ਉਹ ਪੈਸੇ ਜਿਹੜੇ ਆ ਵਰਤੇ ਜਾ ਸਕਦੇ ਆ, ਜਦੋਂ ਕੇਂਦਰ ਡਿਕਲੇਅਰ ਕਰੂਗੀ। ਤੇ 2005 ਤੋਂ ਇਹ ਫੰਡ ਕੇਂਦਰ ਆਪਦਾ ਭੇਜਦਾ ਰਿਹਾ, ਸਟੇਟ ਆਪਦਾ ਸ਼ੇਅਰ ਇੱਕ ਕਾਗਜ਼ਾਂ ਦੀ ਐਂਟਰੀ ਹੁੰਦੀ ਉਹ ਆਪਦੀ ਪਾਉਂਦੀ ਰਹੀ। ਹੁਣ ਜੇ ਆਪਾਂ ਪਿੱਛੇ ਦਾ ਹਿਸਾਬ, ਤਾਂ ਹੁਣ ਖਜ਼ਾਨੇ ਦੇ ਵਿੱਚੋਂ ਮੰਤਰੀ ਸਾਹਿਬ ਦੇ ਸਕਦੇ ਆ, ਸਰਕਾਰ ਦੇ ਸਕਦੀ ਹੈ। 247 ਕਰੋੜ ਰੁਪਈਆ ਜੇ ਕੇਂਦਰ ਨੇ ਇਸ ਵਾਰੀ ਦੀ ਕਿਸ਼ਤ ਭੇਜੀ ਹੈ, ਤੇ ਉਹਦਾ ਜੇ 25% ਲਾਈਏ ਤਾਂ ਮੇਰਾ ਖਿਆਲ ਹੈ ਕਿ ਹੋਰ ਕਹਿ ਲਈਏ ਕਿ 80-90 ਕਰੋੜ ਰੁਪਏ, 320 ਕਰੋੜ, 325 ਕਰੋੜ ਰੁਪਈਆ ਸਾਲ ਦਾ ਇਹ ਲਗਭਗ ਜਿਹੜਾ ਹੈਗਾ ਇਹ ਬਣਨਾ ਚਾਹੀਦਾ ਹੈ, ਜਿਹੜਾ 1 ਸਾਲ ਦਾ। ਤੇ ਹੁਣ ਤਿੱਕਰ ਹੋ ਗਏ 16 ਸਾਲ, 2005 ਤੋਂ ਲਾ ਕੇ 20 ਤਿੱਕਰ। ਤੇ ਜੇ ਆਪਾਂ ਇਹਨੂੰ ਸਾਰੇ ਨੂੰ ਹਿਸਾਬ ਕਿਤਾਬ ਲਾਈਏ ਤਾਂ ਮੇਰਾ ਖਿਆਲ ਹੈ ਕਿ 5,500 ਕਰੋੜ ਰੁਪਈਆ ਸਰਕਾਰ ਦੇ ਖਜ਼ਾਨੇ ਦੇ ਵਿੱਚ ਸਿਰਫ ਇਸ ਬਿਮਾਰੀ ਨੂੰ, ਮਹਾਮਾਰੀ ਨੂੰ ਨਜਿੱਠਣ ਲਈ ਖਜ਼ਾਨੇ ਦੇ ਵਿੱਚ ਪਿਆ ਹੈ। ਹੁਣ ਕੱਲ ਪਰਸੋਂ ਮੈਂ ਆਮ ਆਦਮੀ ਪਾਰਟੀ ਦੇ ਵੀ ਲੀਡਰਾਂ ਦੀ ਸੁਣ ਰਿਹਾ ਸੀ ਕਿ ਕਾਂਗਰਸੀ ਤਾਂ ਕਹੀ ਜਾਂਦੇ ਖਜ਼ਾਨਾ ਖਾਲੀ ਹੈ। ਉਹ ਭਾਈ ਜਿਹੜੀਆਂ ਲੈਣ ਦੇਣ ਦੀਆਂ ਐਂਟਰੀਆਂ ਹੁੰਦੀਆਂ, ਖਜ਼ਾਨੇ ਦਾ ਹਿਸਾਬ ਕਿਤਾਬ ਹੁੰਦਾ, ਇਹ ਕਾਗਜ਼ਾਂ ਤੇ ਹੁੰਦਾ ਹੈ, ਔਰ ਕਾਗਜ਼ਾਂ ਦਾ ਲਿਖਿਆ ਕਿਤੇ ਝੁਠਲਾਇਆ ਨਹੀਂ ਜਾ ਸਕਦਾ। ਮੈਂ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਕਿਰਪਾ ਕਰਕੇ 2005 ਤੋਂ ਲੈ ਕੇ ਹੁਣ ਤੱਕ ਦਾ ਟੋਟਲ ਜਿੰਨਾ ਫੰਡ ਹੈ ਪੰਜਾਬ ਦੀ ਜਨਤਾ ਨੂੰ ਦੱਸਿਆ ਜਾਵੇ ਵੀ ਕਿੰਨਾ ਹੈਗਾ। ਤੇ ਕੇਂਦਰ ਦੀ ਸਰਕਾਰ ਨੇ ਪਹਿਲੀ ਮੀਟਿੰਗ 'ਚ ਹੀ ਇਹਨੂੰ ਡਿਕਲੇਅਰ ਕਰਤਾ ਕਿ ਜਿੰਨਾ ਵੀ ਤੁਹਾਡੇ ਕੋਲ ਸਟੇਟ ਡਿਜ਼ਾਸਟਰ ਰਿਸਕ ਫੰਡ ਪਿਆ ਹੈ, ਉਹਨੂੰ ਤੁਸੀਂ ਕੋਵਿਡ-19 ਜਿਹੜਾ ਹੈਗਾ, ਇਹ ਕਰੋਨਾ ਦੀ ਮਹਾਮਾਰੀ ਜਿਹੜਾ ਹੈਗਾ, ਇਹਨੂੰ ਹਟਾਉਣ ਦੇ ਲਈ, ਇਹਦੇ 'ਚ ਪ੍ਰਬੰਧ ਕਰਨ ਦੇ ਲਈ ਕਿਤੇ ਵੀ ਖਰਚ ਸਕਦੇ ਹੋ। ਇਹਦਾ ਮਤਲਬ ਮੈਂ ਗਲਤ ਹੋ ਸਕਦਾ, 5,000 ਕਰੋੜ ਹੋ ਸਕਦਾ, 5500 ਹੋ ਸਕਦਾ, 6,000 ਵੀ ਹੋ ਸਕਦਾ, ਕਿਉਂਕਿ ਅਸੀਂ 6,000 ਦੀ ਫਿਗਰ ਕੋਡ ਕੀਤੀ ਸੀ। ਇਹਨੂੰ 5 ਤੋਂ 6 ਦੇ ਦਰਮਿਆਨ ਪੱਕਾ ਹੀ ਹੋਊਗਾ, ਔਰ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ। ਤੇ ਜੇ ਮੰਨ ਲਓ 100-200 ਕਰੋੜ ਇੱਧਰ ਉੱਧਰ ਵੀ ਹੋਵੇ, ਤਾਂ ਜੇ 5,000 ਜਾਂ 4,800 ਕਰੋੜ ਜਿੰਨਾ ਵੀ ਪਿਆ ਹੈ, ਤੇ ਤੁਸੀਂ ਇਹ ਤਾਂ ਦੱਸ ਦਿਓ ਵੀ ਉਹ ਕਿੱਥੇ ਖਰਚਿਆ। ਤੁਸੀਂ ਹਰ ਰੋਜ਼ ਚਿੱਠੀ ਲਿਖ ਕੇ ਕੇਂਦਰ ਵੱਲ ਨੂੰ ਵਿਹਲੇ ਹੋਈ ਜਾਂਦੇ ਹੋ, ਆਪ ਤੁਸੀਂ ਧੇਲੇ ਦਾ ਕੰਮ ਨਹੀਂ ਕਰ ਰਹੇ, ਕਿਤੇ ਧਰਤੀ ਤੇ ਕੋਈ ਦਿਖ ਨਹੀਂ ਰਿਹਾ ਵੀ ਤੁਸੀਂ ਆਹ ਕੰਮ ਕਰ ਰਹੇ ਹੋ। ਇੱਕ ਗੱਲ ਹੁਣ ਇਹ ਜੇ ਆਪਾਂ ਟੋਟਲ ਲਾਈਏ, ਜਿਹੜਾ ਇਹਨਾਂ ਦਿਨਾਂ 'ਚ ਹੀ ਸਰਕਾਰ ਨੇ ਇਕੱਲੇ ਕਰੋਨਾ ਦੀ ਖਾਤਰ ਹੀ ਦਿੱਤਾ 112 ਕਰੋੜ ਹਸਪਤਾਲਾਂ ਲਈ, 736 ਕਰੋੜ ਰੁਪਈਆ ਕਣਕ ਤੇ ਦਾਲ ਦਾ, ਤੇ 247 ਕਰੋੜ ਰੁਪਈਆ ਜਿਹੜਾ ਇਹ ਡਿਜ਼ਾਸਟਰ ਵਾਲਾ, 1096 ਕਰੋੜ ਤਾਂ ਸਿੱਧਾ ਸਰਕਾਰ ਦੇ ਖਾਤੇ ਦੇ ਵਿੱਚ ਆਇਆ ਇਕੱਲੇ ਇਹ ਕਰੋਨਾ ਦੇ ਲਈ। ਤੇ 485 ਕਰੋੜ ਦੇ ਲਗਭਗ ਜਿਹੜਾ ਹੈ ਲੋਕਾਂ ਨੂੰ ਡਾਇਰੈਕਟ ਮੋਦੀ ਸਾਹਿਬ ਦੀ ਸਰਕਾਰ ਨੇ ਪਾਇਆ, ਜਿਹਦੇ ਵਿੱਚ ਇਹ 485 ਮੈਂ ਘੱਟ ਕਰ ਰਿਹਾ, ਉਦੋਂ ਜ਼ਿਆਦਾ ਹੈ ਕਿਉਂਕਿ ਕਿਸਾਨਾਂ ਵਾਲਾ ਵੀ ਵਿੱਚ ਆ, ਉਹ ਉਦੋਂ ਵੱਖਰਾ ਹੈ। 30-33 ਲੱਖ ਜਨਧਨ ਖਾਤੇ ਹੈ, ਉਹਨਾਂ ਨੂੰ ਵੀ ਪੈਸੇ ਪਾਏ ਆ 500, 1,40,000 ਜਾਂ ਜਿੰਨੀ ਵੀ ਓਲਡ ਏਜ ਤੇ ਸਾਡੇ ਹੈਂਡੀਕੈਪਟ ਪੈਨਸ਼ਨ ਹੈ 7 ਕਰੋੜ ਰੁਪਏ ਉਹਨਾਂ ਨੂੰ ਵੀ ਪਾਇਆ। ਉਹ ਸਾਰੀ ਲੇਬਰ ਜਿੰਨੀ ਕੁ ਰਜਿਸਟਰਡ ਹੈ 190 ਕਰੋੜ ਉਹਨਾਂ ਨੂੰ ਵੀ ਪਾਇਆ। ਐਮਪਲਾਈ ਦਾ ਜਿਹੜਾ ਪ੍ਰੋਵੀਡੈਂਟ ਫੰਡ ਹੈ 9 ਕਰੋੜ ਉਹਨਾਂ ਨੂੰ ਵੀ ਪਾਇਆ। ਇਹ ਸਾਰੇ ਦੇ ਸਾਰੇ ਸਿੱਧੇ ਤੌਰ ਤੇ ਵੀ ਪਾਏ ਆ। ਹਲੇ ਸਿਲੰਡਰਾਂ ਜਿਹੜੇ ਦਿੱਤੇ ਆ ਉਹ ਵੱਖਰੇ ਆ, ਉਹਨਾਂ ਦਾ ਕੋਈ ਹਿਸਾਬ ਨਹੀਂ ਹੈ। ਇਸੇ ਤਰ੍ਹਾਂ ਜਿਹੜਾ ਕਿਸਾਨ ਦੇ ਖਾਤੇ 'ਚ 18 ਲੱਖ ਕਿਸਾਨਾਂ ਨੂੰ 2-2 ਹਜ਼ਾਰ ਗਿਆ, ਉਹ ਇੱਕ ਵੱਖਰਾ। ਇਹ ਸਾਰੀਆਂ ਜਿਹੜੀਆਂ ਕੁਝ ਚੀਜ਼ਾਂ ਡਾਇਰੈਕਟ ਖਾਤਿਆਂ 'ਚ ਮੋਦੀ ਸਾਹਿਬ ਨੇ ਭੇਜੀਆਂ, ਔਰ ਕੁਝ ਤੁਹਾਡੇ ਖਜ਼ਾਨੇ ਦੇ ਵਿੱਚ ਭੇਜੀਆਂ। ਮੈਂ ਫਿਰ ਦੁਹਰਾ ਦਿਆਂ ਕਿ 41-4200 ਕਰੋੜ ਜਿਹੜਾ ਤੁਸੀਂ ਕਹਿੰਦੇ ਤਾਂ ਸਾਡੇ ਕੋਲੇ ਆਉਣਾ ਹੀ ਸੀ। ਚਲੋ ਤੁਹਾਡਾ ਆਉਣਾ ਆ ਗਿਆ, ਸਟੇਟ ਦਾ ਹੀ ਸੀ, ਸਾਡਾ ਆਉਣਾ ਸੀ, ਪਰ ਜੇ ਪਿਛਲੇ 2-3 ਸਾਲ ਦਾ ਨਹੀਂ ਸੀ ਆਇਆ, ਫਿਰ ਤੁਸੀਂ ਕਿੰਨੀ ਕੋਸ਼ਿਸ਼ ਕੀਤੀ ਸੀ। ਉਹ ਆਇਆ ਖਜ਼ਾਨੇ ਦੇ ਵਿੱਚ 4200 ਕਰੋੜ, ਤੇ 1100 ਕਰੋੜ ਰੁਪਈਆ ਆ ਤੁਹਾਡਾ ਕੱਲੇ ਕਰੋਨਾ ਦੇ ਖਾਤੇ ਦੇ ਵਿੱਚ ਆ ਗਿਆ। ਫਿਰ ਆਪਾਂ ਕਿੱਥੇ ਖਰਚਿਆ? ਅੱਜ ਤੱਕ ਕਣਕ ਹੀ ਨਹੀਂ ਵੰਡੀ ਗਈ, ਦਾਲ ਹੀ ਨਹੀਂ ਵੰਡੀ ਗਈ। ਇਸ ਤੋਂ ਇਲਾਵਾ 50 ਲੱਖ ਰੁਪਏ ਦਾ ਜਿਹੜਾ ਇੰਸ਼ੋਰੈਂਸ ਦਾ ਕਵਰ ਹੈ ਮੋਦੀ ਸਾਹਿਬ ਨੇ ਦਿੱਤਾ। ਇਹਦੇ 'ਚ ਮੈਂ ਡਿਟੇਲ 'ਚ ਦੱਸ ਦਿਆਂ, ਕਈ ਵਾਰੀ ਸਰਕਾਰਾਂ ਜਿਹੜੀ ਕੇਂਦਰ ਤੋਂ ਆਈ ਹੈ ਉਹਨੂੰ ਦੱਸ ਨਹੀਂ ਰਹੀ। ਵਾਰਡ 'ਚ ਜਿਹੜੇ
ਵਾਰਡ ਬੁਆਏ ਉਹਨਾਂ ਨੇ ਨਾਂ ਦਿੱਤਾ, ਲੜਕੀ ਜਾਂ ਲੜਕਾ ਕੰਮ ਕਰਦਾ ਉਹਨਾਂ ਨੂੰ ਮਿਲਣਾ ਹੈ। ਸਫਾਈ ਕਰਮਚਾਰੀ ਹੈ ਜਿਹੜੇ ਉਹਨਾਂ ਨੂੰ ਮਿਲਣਾ ਹੈ। ਆਸ਼ਾ ਵਰਕਰ ਜਿਹੜੀਆਂ ਹੈਗੀਆਂ ਸਾਡੀਆਂ, ਜਿਨ੍ਹਾਂ ਦੀ ਇਹ ਕੁਛ ਨਾ ਕੁਛ ਮੈਨੂੰ ਪਿਛਲੇ ਦਿਨਾਂ 'ਚ ਲੱਗਿਆ ਸੀ ਪਤਾ ਕਿ ਭੱਤਾ ਵੀ ਕੱਟਤਾ, ਜਿਹੜਾ ਪੰਜਾਬ ਸਰਕਾਰ ਵਾਲਾ ਭੱਤਾ ਉਹ ਕੱਟ ਕੇ ਫਿਰ ਪੇ ਪਾਈ ਹੈ। ਪਰ ਆਸ਼ਾ ਵਰਕਰਾਂ ਨੂੰ ਵੀ 50 ਲੱਖ ਦਾ ਜਿਹੜਾ ਇੰਸ਼ੋਰੈਂਸ ਕਵਰ ਦੇ ਵਿੱਚ ਮੋਦੀ ਸਾਹਿਬ ਦੀ ਸਰਕਾਰ ਨੇ ਰੱਖਿਆ। ਪੈਰਾ ਮੈਡੀਕ ਜਿਹੜੇ ਹੁੰਦੇ ਆ, ਕੋਈ ਟੈਕਨੀਸ਼ੀਅਨ ਹੁੰਦੇ ਆ, ਡਾਕਟਰ ਹੁੰਦੇ ਆ, ਸਪੈਸ਼ਲਿਸਟ ਹੁੰਦੇ ਆ, ਇਹ ਸਾਰੀਆਂ ਕੈਟਾਗਰੀਆਂ 50 ਲੱਖ ਰੁਪਏ ਦੀ ਇੰਸ਼ੋਰੈਂਸ ਦੇ ਵਿੱਚ, ਇੰਸ਼ੋਰੈਂਸ ਕਵਰ ਦੇ ਵਿੱਚ ਮੋਦੀ ਸਾਹਿਬ ਦੀ ਸਰਕਾਰ ਨੇ ਜਿਹੜਾ ਉਹ ਰੱਖਿਆ। ਔਰ ਮੇਰਾ ਪੰਜਾਬ ਸਰਕਾਰ ਤੇ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਇੱਕ ਸਵਾਲ ਆਇਆ ਕਿ ਸਾਰੇ ਦੇਸ਼ ਦੇ ਵਿੱਚ ਜਿਹੜੀ ਮੌਤ ਦਰ ਹੈ ਉਹ ਸਮਝ ਲਓ 3.1% ਹੈ। ਔਰ ਤੁਹਾਨੂੰ ਫਿਕਰਮੰਦੀ ਹੋਣੀ ਚਾਹੀਦੀ ਹੈ ਕਿ ਪੰਜਾਬ ਦੀ 7.3% ਹੈ। ਹੁਣ ਜੇ ਅੱਜ ਦੇਸ਼ ਦੇ ਵਿੱਚ ਹੀ ਅਸੀਂ ਪੰਜਾਬ ਇੰਨਾ ਪਿੱਛੇ ਰਹਿ ਰਹੇ ਹਾਂ, ਇਹਦਾ ਮਤਲਬ ਹੈ ਕਿਤੇ ਨਾ ਕਿਤੇ ਸਰਕਾਰ ਦੇ ਪ੍ਰਬੰਧਨਾਂ ਦੇ ਵਿੱਚ ਕਮੀ ਹੈ। ਨਹੀਂ ਕੋਈ ਇਸ ਗੱਲ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਕਿ ਕੋਈ ਹੋਰ ਕਮੀ ਹੈਗੀ ਹੈ। ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਸਰਕਾਰ ਦੇ ਨੁਮਾਇੰਦੇ ਹਰ ਰੋਜ਼ ਕਹੀ ਜਾਂਦੇ ਆ ਸਾਡੇ ਕੋਲੇ ਹੈ ਨਹੀਂ। ਸਰਕਾਰਾਂ ਕੋਲੇ ਘੱਟ ਹੋਵੇ ਵੱਧ ਹੋਵੇ, ਇਹੋ ਜਿਹੇ ਮੌਕੇ ਤੇ ਕਦੇ ਨਹੀਂ ਕੋਈ ਕਹਿੰਦਾ ਵੀ ਸਾਡੇ ਕੋਲੇ ਹੈ ਨਹੀਂ, ਔਰ ਧਰਤੀ ਤੇ ਕੰਮ ਕਰਕੇ ਵਿਖਾਉਂਦੇ ਆ। ਔਰ ਤੁਹਾਡਾ ਤਾਂ ਜਿਉਂਦੀ ਜਾਗਦੀ ਸਬੂਤ ਹੈ ਕਿ ਤੁਹਾਡੇ ਵਿੱਤ ਮੰਤਰੀ ਸਾਹਿਬ ਨੇ ਟੈਲੀਵਿਜ਼ਨਾਂ ਤੇ ਮੰਨਿਆ ਕਿ ਹਲੇ ਤਾਂ ਲੋਕ ਹੀ ਸੇਵਾ ਕਰੀ ਜਾਂਦੇ ਆ, ਸਾਨੂੰ ਤਾਂ ਪੈਸਾ ਵਰਤਣ ਦੀ ਲੋੜ ਹੀ ਨਹੀਂ ਪਈ। ਤੇ ਮੇਰੀ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਮੁੱਖ ਮੰਤਰੀ ਸਾਹਿਬ, ਜਦੋਂ ਤੁਹਾਡੇ ਵਿੱਤ ਮੰਤਰੀ ਸਾਹਿਬ ਮੰਨ ਰਹੇ ਆ ਕਿ ਪੈਸੇ ਦੀ ਕਮੀ ਕੋਈ ਨਹੀਂ, ਤੇ ਫਿਰ ਧਰਤੀ ਤੇ ਕਿਉਂ ਨਹੀਂ ਦਿਖਦਾ? ਕਿਉਂ ਸਾਡੀਆਂ ਨਰਸਾਂ ਪੀਪੀ ਕਿੱਟਾਂ ਤੋਂ ਬਿਨਾਂ ਫਿਰ ਰਹੀਆਂ? ਕਿਉਂ ਸਾਡੇ ਡਾਕਟਰ ਜਿਹੜੇ ਆ ਪੀਪੀ ਕਿੱਟਾਂ ਤੋਂ ਬਿਨਾਂ ਜਿਹੜੇ ਫਿਰ ਰਹੇ ਆ? ਹਾਲਾਂਕਿ ਮੈਂ ਇੱਕ ਗੱਲ ਵਿੱਚ ਰਹਿ ਗਈ ਹੈ, ਹਜ਼ਾਰਾਂ ਮਾਸਕ, ਹਜ਼ਾਰਾਂ ਹੀ ਕਿੱਟਾਂ ਤੇ ਕਰੋੜਾਂ ਕੁਨੀਨ ਵਾਲੀਆਂ ਗੋਲੀਆਂ ਜਿਹੜੀਆਂ ਇਸ ਦੇ ਵਿੱਚ ਵਰਤੀਆਂ ਜਾ ਸਕਦੀਆਂ, ਇਹ ਜਿਹੜੀਆਂ ਕੇਂਦਰ ਦੀ ਸਰਕਾਰ ਨੇ ਤੁਹਾਨੂੰ ਅਲੱਗਾ ਭੇਜੀਆਂ ਹੋਈਆਂ। ਹੁਣ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਸਰਕਾਰ ਨਾਂ ਦੀ ਚੀਜ਼ ਕਿਤੇ ਧਰਤੀ ਤੇ ਲੋਕਾਂ ਦੇ ਹੈਲਪ ਕਰਨ ਲਈ ਕਿਤੇ ਵੀ ਜਿਹੜੀ ਉਹ ਦਿਖ ਨਹੀਂ ਰਹੀ। ਮੈਂ ਨਾਂ ਨਹੀਂ ਲਊਂਗਾ, ਕੱਲ ਮੈਨੂੰ 3-4-5 ਡਿਸਟ੍ਰਿਕਾਂ ਦੇ ਵਿੱਚੋਂ ਸਾਡੇ ਵਰਕਰ ਜਿਹੜੇ ਸਿਰਕਰਦਾ ਵਰਕਰ ਹੈ ਉਹਨਾਂ ਦੇ ਟੈਲੀਫੋਨ ਆਏ, ਔਰ ਉਹ ਮੈਨੂੰ ਪੁੱਛ ਕੀ ਰਹੇ ਹੈ, ਕਹਿੰਦੇ ਜੀ ਅਸੀਂ SGPC ਦੀ ਵੀ ਮਦਦ ਕਰ ਰਹੇ ਹਾਂ, ਕਣਕ ਇਕੱਠੀ ਕਰ ਰਹੇ ਹਾਂ, ਕਿਉਂਕਿ ਬਹੁਤ ਵੱਡਾ SGPC ਨੇ ਆਪਦਾ ਯੋਗਦਾਨ ਪਾਇਆ, ਪਰ ਸਾਨੂੰ ਡੀਸੀਆਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਜਾਂ SDMਾਂ ਜਾਂ ਤਹਿਸੀਲਦਾਰਾਂ ਦੇ ਥਰੂ ਕਿ ਜੀ ਪੈਸੇ ਜਮ੍ਹਾਂ ਕਰਾਓ, ਅਸੀਂ ਰੈੱਡ ਕਰਾਸ 'ਚੋਂ ਖਾਣਾ ਦੇਣ ਲੱਗਣਾ। ਮੈਂ ਹੈਰਾਨ ਹੈ ਕਿ ਅੱਜ ਪੰਜਾਬ ਦੇ ਵਿੱਚ ਐਸੇ ਹਾਲਾਤ ਪੈਦਾ ਹੋ ਗਏ ਆ ਸਰਕਾਰ ਦੇ ਕਿ ਇੱਕ ਪਾਸੇ ਸਾਰੀਆਂ ਸੰਸਥਾਵਾਂ ਨੂੰ ਤੇ SGPC ਨੂੰ ਤੁਸੀਂ ਹੁਣ ਕਹਿ ਰਹੇ ਹੋ ਕਿ ਲੰਗਰਾਂ ਤੋਂ ਕਰੋਨਾ ਫੈਲਣ ਦਾ ਡਰ ਹੈ, ਇਸ ਕਰਕੇ ਤੁਸੀਂ ਲਿਮਟਡ ਕਰੋ। ਇੱਕ ਪਾਸੇ ਤੁਹਾਡੇ ਅਫਸਰ ਜਿਹੜੇ ਆ ਉਹ ਇਸ ਕੰਮ ਤੇ ਲੱਗੇ ਆ ਕਿ ਪੈਸੇ ਇਕੱਠੇ ਕਰਕੇ ਫਿਰ ਅਸੀਂ ਜਿਹੜਾ ਹੈਗਾ ਉਹਨਾਂ ਨੂੰ ਰਾਸ਼ਨ ਦੇਣਾ ਜਾਂ ਕਹਿ ਲਈਏ ਕਿ ਖਾਣਾ ਪੱਕਿਆ ਦੇਣਾ। ਔਰ ਮੈਂ ਬੇਨਤੀ ਇਸ ਗੱਲ ਦੀ ਕਰੂੰਗਾ ਕਿ ਗੁਰਦੁਆਰਾ ਕਮੇਟੀਆਂ ਨੂੰ SGPC ਨੂੰ ਕਿਹਾ ਕੀ ਹੈ ਕਿ ਵੰਡਾਂਗੇ ਅਸੀਂ, ਸਾਡਾ ਪ੍ਰਸ਼ਾਸਨ ਵੰਡੇਗਾ, ਬਣਾ ਕੇ ਤੁਸੀਂ ਦੇ ਦਿਓ। ਚਲੋ ਖੈਰ ਇਸ ਗੱਲ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ, ਗੁਰੂ ਘਰ ਸਾਰਿਆਂ ਲਈ ਖੁੱਲ੍ਹੇ ਹੈ। ਔਰ ਜੇ ਇਹ ਨਾ ਕੋਈ ਆਪਣਾ ਅਫਸਰ ਜਾਂ ਇਹਨਾਂ ਦੇ ਅਫਸਰਾਂ ਦੇ ਰਾਹੀਂ ਕਾਂਗਰਸੀ ਲੀਡਰ ਆਪਣਾ ਬਣਾਉਣਾ ਚਾਹੁੰਦੇ ਆ, ਸਾਨੂੰ ਕੋਈ ਇਤਰਾਜ਼ ਨਹੀਂ, ਪਰ ਇੱਕ ਗੱਲ ਹੋਣੀ ਚਾਹੀਦੀ ਹੈ ਕਿ ਪੰਜਾਬ ਦੀ ਧਰਤੀ ਦੇ ਉੱਤੇ, ਸਾਡੇ ਗੁਰੂਆਂ ਦੀ ਧਰਤੀ ਹੈ, ਇਹਦੇ ਤੇ ਕੋਈ ਭੁੱਖਾ ਨਹੀਂ ਸੌਣਾ ਚਾਹੀਦਾ। ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ, ਸਾਰੇ ਕਮੇਟੀ ਦੇ ਛੋਟੇ ਤੋਂ ਛੋਟੇ ਮੁਲਾਜ਼ਮ ਤੋਂ ਲਾ ਕੇ ਵੱਡੇ ਤੋਂ ਵੱਡੇ ਕਰਮਚਾਰੀ ਅਧਿਕਾਰੀਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਜਿੱਥੇ ਵੀ ਲੋੜ ਪੈਂਦੀ ਹੈ ਅੱਜ ਵੀ ਲੱਖਾਂ ਦੀ ਤਾਦਾਦ ਦੇ ਵਿੱਚ ਲੰਗਰ ਬਣ ਕੇ ਜਿਹੜਾ ਹੈਗਾ ਉਹ ਵੱਖ-ਵੱਖ ਥਾਵਾਂ ਤੇ ਜਾ ਰਿਹਾ। ਇਹ ਵੱਖਰੀ ਗੱਲ ਹੈ ਕਿ ਪਿਛਲੇ 3 ਦਿਨਾਂ ਤੋਂ ਲੰਗਰਾਂ ਦੀ ਥੋੜੀ ਸ਼ੇਪ ਬਦਲਤੀ ਹੈ। ਜਿਹੜੇ ਬਾਹਰ SGPC ਦੇ ਮੁਲਾਜ਼ਮ ਲੈ ਕੇ ਜਾਂਦੇ ਸੀ, ਉਹਨਾਂ ਦੀ ਬਜਾਏ ਸਰਕਾਰ ਦੇ ਨੁਮਾਇੰਦੇ ਕਹਿੰਦੇ ਅਸੀਂ ਦੱਸਾਂਗੇ ਕਿੱਥੇ ਲੈ ਕੇ ਜਾਣਾ, ਤੇ ਉਹੀ ਲੈ ਕੇ ਜਾਂਦੇ ਆ। ਚਲੋ ਕੋਈ ਇਤਰਾਜ਼ ਨਹੀਂ, ਕਿਸੇ ਦੇ ਢਿੱਡ 'ਚ ਪੈਣਾ ਚਾਹੀਦਾ। ਪੱਕਿਆ ਹੋਇਆ ਲੰਗਰ ਜਿਵੇਂ ਅੱਗੇ ਲੱਖਾਂ ਦੀ ਤਾਦਾਦ ਦੇ ਵਿੱਚ ਜਾਂਦਾ ਹੈ, ਤਾਂ ਮੇਰਾ ਖਿਆਲ ਹੈ ਕਿ ਉਹ ਉਸੇ ਤਰ੍ਹਾਂ ਹੀ ਜਾਂਦਾ ਰਹੂਗਾ। ਇਸੇ ਗੱਲ ਦੀ ਅਸੀਂ ਬੇਨਤੀ ਜਿਹੜੀ ਹੈ SGPC ਨੂੰ ਕਰਾਂਗੇ। ਪਰ ਮੇਰਾ ਫਿਰ ਉੱਥੇ ਹੀ ਸਵਾਲ ਆ ਸਰਕਾਰ ਨੂੰ ਕਿ ਤੁਹਾਡੇ ਕੋਲੇ ਹਜ਼ਾਰਾਂ ਕਰੋੜ ਰੁਪਈਆ ਆਏ, ਹਜ਼ਾਰਾਂ ਕਰੋੜ ਰੁਪਏ ਦਾ ਤੁਸੀਂ ਇੱਕ ਵੀ ਥੱਲੇ ਧਰਤੀ ਤੇ ਖੜਕਾ ਹੋਇਆ ਦਿਖਾ ਦਿਓ ਕਿਸੇ ਹਸਪਤਾਲ ਦੇ ਵਿੱਚ, ਕਿਸੇ ਸਾਂਝੀਆਂ ਥਾਵਾਂ ਤੇ, ਜਾਂ ਕਿਤੇ ਜਿੱਥੇ ਤੁਹਾਨੂੰ ਇਹ ਲੱਗਦਾ ਹੋਵੇ ਕਿ ਅਸੀਂ ਜਿਹੜਾ ਹੈਗਾ ਕੋਈ ਵੀ ਕੰਮ ਜਿਹੜਾ ਧਰਤੀ ਤੇ ਢੰਗ ਦੇ ਨਾਲ ਅਸੀਂ ਕਰ ਰਹੇ ਹੋਈਏ। ਉਲਟਾ ਡਾਕਟਰ ਜਿਹੜੇ ਆ ਉਹ ਠੱਗੇ ਮਹਿਸੂਸ ਕਰਦੇ ਆ।
ਔਰ ਮੈਂ ਬੇਨਤੀ ਕਰਾਂ, ਤੁਸੀਂ ਹਰ ਰੋਜ਼ ਗੱਲਾਂ ਕਰਦੇ ਹੋ, ਹਰਿਆਣੇ ਦੀ ਸਰਕਾਰ ਨੇ, ਠੀਕ ਹੈ ਮੋਦੀ ਸਾਹਿਬ ਸਰਕਾਰ ਹੋਰ ਯੋਗਦਾਨ ਪਾਵੇ, ਇਹ ਸਾਡੀ ਅਪੀਲ ਬੇਨਤੀ ਤੁਹਾਡੇ ਨਾਲ ਲੱਗ ਕੇ ਹੈਗੀ ਹੈ। ਪਰ ਤੁਸੀਂ ਅੰਦਾਜ਼ਾ ਲਾਓ ਕਿ ਹਰਿਆਣੇ ਦੀ ਸਰਕਾਰ ਨੇ ਜਿਹੜੇ ਸਾਰੇ ਹੀ ਫਰੰਟ ਤੇ ਲੜਨ ਵਾਲੇ ਆ, ਡਾਕਟਰ ਹੈ ਜਾਂ ਦੂਜੇ ਆ, ਉਹਨਾਂ ਦੀ ਤਨਖਾਹ ਦੁੱਗਣੀ ਕਰਤੀ ਹੈ। ਔਰ ਜੇ 50 ਲੱਖ ਰੁਪਏ ਦਾ ਇੰਸ਼ੋਰੈਂਸ ਕੇਂਦਰ ਦੀ ਸਰਕਾਰ ਨੇ ਦਿੱਤਾ ਤੇ 50 ਦਾ ਸ਼ਾਇਦ ਉਹਨਾਂ ਨੇ ਕੋਲੋਂ ਕੀਤਾ, ਵਧਾਤਾ ਹੈ। ਔਰ ਇੱਕ ਹੋਰ ਵੱਡਾ ਕੰਮ ਕੀਤਾ ਕਿਸਾਨਾਂ ਲਈ ਕਿ ਜਿਹੜਾ 1 ਮਹੀਨਾ ਲੇਟ, ਮੰਨ ਲਓ ਮਈ ਦੇ ਵਿੱਚ ਕਣਕ ਲੈ ਕੇ ਆਊਗਾ, ਉਹਨੂੰ 100 ਰੁਪਏ ਫਾਲਤੂ, ਔਰ ਜਿਹੜਾ ਮਈ ਤੋਂ ਬਾਅਦ ਜੂਨ 'ਚ ਲੈ ਕੇ ਆਊਗਾ ਉਹਨੂੰ 50 ਰੁਪਏ ਹੋਰ, 150 ਰੁਪਏ ਫਾਲਤੂ। ਜੇ ਹਰਿਆਣੇ ਦੀ ਸਰਕਾਰ ਕਰ ਸਕਦੀ ਹੈ ਮੁੱਖ ਮੰਤਰੀ ਸਾਹਿਬ, ਤੇ ਪੰਜਾਬ ਦੀ ਸਰਕਾਰ ਨੂੰ ਕੀ ਹੋਇਆ? ਫਿਰ ਅਸੀਂ ਕਿਉਂ ਨਹੀਂ ਕਰ ਸਕਦੇ? ਅੱਜ ਮੰਡੀਆਂ ਦੇ ਵਿੱਚ ਰੌਲਾ ਪਈ ਜਾਂਦਾ, ਅੱਜ ਚਹੇਤਿਆਂ ਨੂੰ ਪਾਸ ਇਸ਼ੂ ਹੋ ਰਹੇ ਹੈ, ਖਰਚਾ ਕਿਵੇਂ ਵੱਧ ਰਿਹਾ। ਕਿਸਾਨ ਪਹਿਲਾਂ ਜਦੋਂ ਮਸ਼ੀਨ ਮਿਲਦੀ ਹੈ ਤਾਂ ਮਸ਼ੀਨ ਮਿਲਦੀ ਹੈ ਉਹਦੇ ਹਿਸਾਬ ਨਾਲ ਉਹਨੂੰ ਕਣਕ ਵੱਢਣੀ ਪੈਣੀ ਹੈ, ਜਦੋਂ ਵੱਢਦਾ ਫਿਰ ਉਹ ਘਰੇ ਸੁੱਟਦਾ, ਘਰੇ ਸੁੱਟਣ ਤੋਂ ਬਾਅਦ ਉਹ ਗੇੜੇ ਮਾਰਨ ਲੱਗਦਾ ਹੈ, 1-1, 2-2, 4-4, 5-5 ਗੇੜੇ ਮਾਰ ਕੇ ਫਿਰ ਉਹ ਪਾਸਾਂ ਦਾ ਇੰਤਜ਼ਾਮ ਕਰਦਾ, ਫਿਰ ਉਹ ਘਰੇ ਸੁੱਟੀ ਕਣਕ ਨੂੰ ਦੁਬਾਰੇ ਟਰਾਲੀ 'ਚ ਭਰ ਕੇ 2 ਜਾਂ 3 ਵਾਰ ਜਾਂ 4 ਵਾਰ ਦੇ ਵਿੱਚ ਫਿਰ ਉਹ ਜਿਹੜਾ ਹੈਗਾ ਮੰਡੀ ਦੇ ਵਿੱਚ ਲੈ ਕੇ ਜਾਂਦਾ। ਇਸ ਕਰਕੇ ਜਿਹੜਾ ਇਸ ਕਿਸਮ ਦਾ ਕੰਮ ਵਧਾਇਆ, ਮੈਂ ਸਮਝਦਾ ਕਿ ਜਿਹੜੀ ਚੰਡੀਗੜ੍ਹ ਬੈਠ ਕੇ ਇਕੱਲੀ ਪਲੈਨਿੰਗ ਬਣਦੀ ਹੈ, ਉਹ ਧਰਤੀ ਤੇ ਇੰਪਲੀਮੈਂਟ ਨਹੀਂ ਹੋ ਸਕਦੀ। ਇਹ ਪਲੈਨਿੰਗ ਮੌਕੇ ਦੇ ਆੜ੍ਹਤੀਆਂ, ਮੌਕੇ ਦੇ ਕਿਸਾਨਾਂ ਤੇ ਪ੍ਰਸ਼ਾਸਨ ਨੂੰ ਥੱਲੇ ਬੈਠ ਕੇ ਬਣਾਉਣੀ ਚਾਹੀਦੀ ਸੀ ਤੇ ਫਿਰ ਇਹਨੂੰ ਲਾਗੂ ਕਰਨਾ ਚਾਹੀਦਾ ਸੀ। ਇਸ ਕਰਕੇ 15 ਤਰੀਕ ਤੋਂ ਖਰੀਦ ਚਾਲੂ ਹੋਈ, ਅੱਗੇ 15 ਤੋਂ ਹੀ ਅਸੀਂ ਪਾਸ ਜਿਹੜੇ ਹੈਗੇ ਆ ਇਸ਼ੂ ਕਰਾਂਗੇ। ਚਾਹੀਦਾ ਇਹ ਸੀ ਕਿ ਜਿੰਨੀ ਕਿਸੇ ਆੜ੍ਹਤੀਏ ਦੀ ਫਸਲ ਪਿਛਲੇ ਸਾਲ ਸੀਗੀ, ਉਹ ਆੜ੍ਹਤੀਏ ਨੂੰ ਫੜਾ ਦਿੰਦੇ ਤੇ ਉਹਨੂੰ ਆੜ੍ਹਤੀਏ ਨੂੰ ਇੱਕ ਸਖਤੀ ਨਾਲ ਹਦਾਇਤ ਹੋ ਜਾਂਦੀ ਕਿ ਭਾਈ ਜਿੰਨੀ ਕਣਕ ਮੰਗਾਉਣੀ ਹੈ ਮੰਗਾ ਲਓ, ਤੁਹਾਨੂੰ 35 ਦਿਨਾਂ 'ਚ 30 ਦਿਨਾਂ 'ਚ ਇੰਨੀ ਕਣਕ ਇੱਕ ਦਿਨ ਦੇ ਹਿੱਸੇ ਆਉਂਦੀ ਹੈ, ਸ਼ਾਮ ਨੂੰ ਸਾਰੀ ਤੁਲੀ ਹੋਣੀ ਚਾਹੀਦੀ ਹੈ ਤੇ ਇਹ ਕੰਮ ਸੌਖਾ ਇੰਪਲੀਮੈਂਟ ਹੋ ਜਾਣਾ ਚਾਹੀਦਾ। ਅੱਜ ਜ਼ੋਰਾਵਰ ਤਾਂ ਪਾਸ ਲਈ ਜਾਂਦੇ ਹੈ ਤੇ ਜਿਹੜਾ ਗਰੀਬ ਤੇ ਛੋਟਾ ਕਿਸਾਨ ਹੈ ਉਹ ਰਹੀ ਜਾਂਦਾ। ਇਸ ਕਰਕੇ ਮੇਰੀ ਬੇਨਤੀ ਹੈ, ਪੰਜਾਬ ਦੇ ਲੋਕਾਂ ਦੇ ਵਿੱਚ ਜਿਹੜਾ ਬਾਰ-ਬਾਰ ਪੰਜਾਬ ਦੀ ਸਰਕਾਰ ਭੰਬਲ ਭੂਸਾ ਪਾਈ ਕਿ ਕੇਂਦਰ ਦੀ ਸਰਕਾਰ ਤੋਂ ਕੁਝ ਨਹੀਂ ਮਿਲਿਆ, ਮੈਂ ਬਾਰ-ਬਾਰ ਦੁਹਰਾਉਣਾ ਹੈ ਕਿ ਜਿੱਥੇ 42-4300 ਕਰੋੜ ਰੁਪਇਆ ਬਕਾਇਆ ਹੀ, ਜਿਹੜੇ ਕਿ 17, 18, 18, 19 ਜਾਂ 15ਵੇਂ ਫਾਈਨਾਂਸ ਕਮਿਸ਼ਨ ਦਾ ਜਾਂ ਅਪ੍ਰੈਲ ਦਾ GST, ਇਹ ਸਾਰੀਆਂ ਗੱਲਾਂ ਕੇਂਦਰ ਨੇ ਤਾਂ ਹੀ ਜਾਰੀ ਤੁਰੰਤ ਕੀਤੀਆਂ ਕਿ ਸਟੇਟਾਂ ਨੂੰ ਇਸ ਟਾਈਮ ਲੋੜ ਹੈਗੀ ਹੈ ਤਾਂ ਜਾਰੀ ਕੀਤੀਆਂ, ਤੇ ਜਿਹੜੇ ਡਾਇਰੈਕਟ ਤੁਹਾਡੇ ਖਾਤੇ 'ਚ ਪਾਏ ਆ ਉਹ ਵੀ ਪਾਏ ਹੈਗੇ। ਜਿੰਨਾ ਚਿਰ ਤੁਸੀਂ ਇਹ ਵਰਤੋਗੇ ਨਹੀਂ ਤੇ ਵਰਤ ਕੇ ਤੁਸੀਂ ਯੂਜ਼ ਹੀ ਨਹੀਂ ਭੇਜੋਗੇ, ਉਹਨਾਂ ਚਿਰ ਕੇਂਦਰ ਨੇ ਮੇਰਾ ਖਿਆਲ ਪੈਸੇ ਤੁਹਾਨੂੰ ਹੋਰ ਦੇਣੇ ਨਹੀਂ। ਔਰ ਮੈਂ ਇੱਕ ਬੇਨਤੀ ਕਰਦਿਆਂ, ਜੇ ਕਿਸੇ ਰੈਲੇਵੈਂਸ ਗੱਲ ਦੇ ਲਈ ਮੰਗੋਗੇ, ਜਿਵੇਂ ਕੱਲ ਪਰਸੋਂ ਕਹਿੰਦੇ ਜੀ ਇੱਕ ਹਸਪਤਾਲ ਬਣਾਉਣ ਲਈ ਅਸੀਂ 500 ਕਰੋੜ ਮੰਗਿਆ, ਮੈਨੂੰ ਇਹ ਲੱਗਦਾ ਸਾਡੇ ਪੰਜਾਬ ਦੇ ਵਿੱਚ ਬਿਲਡਿੰਗਾਂ ਬਹੁਤ ਜ਼ਿਆਦਾ ਹੈਗੀਆਂ, ਔਰ ਜਿੰਨੇ ਪ੍ਰਾਈਵੇਟ ਹਸਪਤਾਲ ਹੈ ਸਾਰੇ ਤੁਸੀਂ ਉਹ ਸਰਕਾਰ ਦੇ ਖਾਤੇ 'ਚ ਲੈ ਕੇ ਤੁਸੀਂ ਵਰਤ ਸਕਦੇ ਹੋ। ਜੇ ਕੋਈ ਵੈਂਟੀਲੇਟਰ ਖਰੀਦਣੇ ਹੈ, ਕੋਈ ਮਾਸਕ ਖਰੀਦਣੇ ਹੈ, ਕੋਈ PP ਕਿੱਟਾਂ ਖਰੀਦਣੀਆਂ ਹੈ, ਕੋਈ ਰੈਪਿਡ ਕਿੱਟਾਂ ਜਿਹੜੀਆਂ ਟੈਸਟ ਕਰਨ ਵਾਲੀਆਂ ਖਰੀਦਣੀਆਂ, ਉਹਦੇ ਲਈ ਪੈਸੇ ਮੰਗੋ ਤਾਂ ਤੁਹਾਡੀ ਗੱਲ ਜਾਇਜ਼ ਲੱਗਦੀ ਹੈ। ਪਰ ਜੇ ਤੁਸੀਂ ਅੱਜ ਆਖੋ ਕਰੋੜ ਰੁਪਈਆ ਸਾਨੂੰ ਇੱਕ ਨਵਾਂ ਹਸਪਤਾਲ ਬਣਾਉਣ ਲਈ ਦਿੱਤਾ ਜਾਵੇ, ਮੈਨੂੰ ਲੱਗਦਾ ਇਹ ਗੱਲ ਬੜੀ ਹਾਸੋਹੀਣੀ ਜੀ ਹੈ, ਨਾ ਹੀ ਕੋਈ ਇਸ ਮੌਕੇ ਇਹ ਗੱਲ ਚੰਗੀ ਲੱਗਦੀ ਹੈ। ਸੋ ਮੇਰੀ ਬੇਨਤੀ ਹੈ ਪੰਜਾਬ ਵਾਸੀਆਂ ਨੂੰ ਕਿ ਹਰ ਤੁਹਾਡੇ ਕਾਂਗਰਸ ਦੇ ਨੁਮਾਇੰਦੇ ਨੂੰ ਪੁੱਛੋ ਕਿ ਜਿਹੜੀ ਚੀਜ਼ ਕੇਂਦਰ ਤੋਂ ਆਈ ਹੈ ਉਹ ਕਿਉਂ ਨਹੀਂ ਸਾਡੇ ਤੱਕ ਪਹੁੰਚ ਰਹੀ। ਇਸ ਕਰਕੇ ਪੰਜਾਬ ਦੀ ਸਰਕਾਰ ਨੂੰ ਵੀ ਮੈਂ ਹੱਥ ਬੰਨ੍ਹ ਕੇ ਬੇਨਤੀ ਕਰੂੰਗਾ ਕਿ ਇਸ ਜਨਤਾ ਦਾ ਸਬਰ ਟੁੱਟ ਚੁੱਕਿਆ ਤੇ ਸਾਨੂੰ ਵੀ 1.25 ਮਹੀਨਾ ਲਗਭਗ ਹੋ ਗਿਆ, ਤੁਹਾਡੇ ਨਾਲ ਲੱਗ ਕੇ ਵੀ ਅਸੀਂ ਭਾਈ ਤੁਹਾਡੇ ਨਾਲ ਹੀ ਹੈ, ਹਰ ਤਰ੍ਹਾਂ ਦਾ ਤੁਸੀਂ ਸਹਿਯੋਗ ਤਾਂ ਕੋਈ ਲੈਣ ਨੂੰ ਤਿਆਰ ਨਹੀਂ ਹੈ। ਔਰ ਖਾਸ ਕਰਕੇ ਮੈਂ ਤਾਂ ਇੱਥੋਂ ਤੱਕ ਵੀ ਕਹੂੰਗਾ, ਪਰਸੋਂ ਚੌਥੇ ਹਜੂਰ ਸਾਹਿਬ ਦੀ ਸੰਗਤ ਨੂੰ ਲਿਆਉਣ ਦਾ ਸਭ ਕੁਝ ਸਿਰੇ ਲੱਗ ਗਿਆ ਤੇ ਗਲਤੀ ਇੱਕ ਹੋ ਗਈ ਇੱਕ ਅਫਸਰ ਤੋਂ ਕਿ ਪੰਜਾਬ ਦੇ ਸਰਕਾਰ ਦੇ ਇੱਕ ਟੌਪ ਦੇ ਅਫਸਰ ਨੂੰ ਦੱਸ ਬੈਠੇ ਵੀ ਤੁਸੀਂ ਆ ਬੱਸਾਂ ਦੇ ਪੈਸੇ ਦੇ ਦਿਓ, ਅਸੀਂ ਇੱਥੋਂ ਕਰਕੇ ਭੇਜ ਦਿੰਦੇ ਹਾਂ ਬੱਸਾਂ। ਤਾਂ ਉਹ ਅਫਸਰ ਨੂੰ ਇਹ ਲੱਗਿਆ ਕਿ ਇਹ ਤਾਂ ਸਾਰਾ ਕੋਈ ਖਾਤੇ ਹੀ ਮੋਦੀ ਸਾਹਿਬ ਦੀ ਸਰਕਾਰ ਦੇ ਜਾਂ ਬੀਬਾ ਹਰਸਿਮਰਤ ਕੌਰ ਬਾਦਲ ਦੇ ਪੈਣ ਲੱਗਿਆ ਤੇ ਉੱਥੇ ਹੀ ਬ੍ਰੇਕਾਂ ਲਾਤੀਆਂ। ਫਿਰ ਮੁੱਖ ਮੰਤਰੀ ਸਾਹਿਬ ਨੇ ਗੱਲ ਵੀ ਉੱਥੋਂ ਦੇ ਮੁੱਖ ਮੰਤਰੀ ਨਾਲ ਕੀਤੀ ਹੈ, ਕਿਉਂਕਿ ਲਿਆਉਣਾ ਸੰਗਤ ਨੂੰ ਹੈਗਾ ਹੀ ਹੈਗਾ, ਮੋਦੀ ਸਾਹਿਬ ਤੋਂ ਅਲਾਓ ਕਰਾ ਲਿਆ ਸੀਗਾ ਅਨਓਫੀਸ਼ਲੀ, ਕਿਉਂਕਿ ਇਹਦੇ ਰਿਟਰਨ ਨਹੀਂ ਕੋਈ ਆਰਡਰ ਹੁੰਦੇ। ਤਾਂ ਹੁਣ ਮੁੱਖ ਮੰਤਰੀ ਸਾਹਿਬ ਨੇ ਗੱਲ ਕੀਤੀ ਔਰ ਤੁਸੀਂ ਨੋਟ ਕਰੋ ਗੱਲ ਉੱਥੇ ਕੱਟੀ ਗਈ, ਇੱਕਦਮ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਵਾਇਰਲ ਹੋਈ ਆ ਉਹ ਗੱਲ ਉਨੀ ਹੈ, ਕਿਉਂਕਿ ਉਦੋਂ ਅੱਗੇ ਮੁੱਖ ਮੰਤਰੀ ਮਹਾਰਾਸ਼ਟਰ ਨੇ ਇਹ ਵੀ ਕਿਹਾ ਸੀ ਕਿ ਹਾਂ ਮੈਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ ਵੀ ਫੋਨ ਆਇਆ, ਮੈਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਵੀ ਫੋਨ ਆਇਆ, ਮੇਰੇ ਚੀਫ ਸੈਕਟਰੀ ਨੂੰ
ਹੋਮ ਸੈਕਟਰੀ ਦਾ ਵੀ ਫੋਨ ਆਇਆ ਕਿ ਇਹਨਾਂ ਨੂੰ ਅਲਾਓ ਕਰ ਦਿਓ, ਕਿਉਂਕਿ ਉਹ ਗੱਲ ਫਿਰ ਅਕਾਲੀ ਦਲ ਦੇ ਫੇਵਰ 'ਚ ਜਾਂਦੀ ਸੀ, ਉਹ ਕਿਉਂ ਮੁੱਖ ਮੰਤਰੀ ਸਾਹਿਬ ਨੇ ਵਾਇਰਲ ਕਰਨੀ ਸੀ। ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ, ਇਹ ਮੌਕਾ ਸਿਆਸਤ ਦਾ ਨਹੀਂ ਹੈ। ਹਾਲਾਂਕਿ ਤੁਸੀਂ ਸਾਨੂੰ ਕਹਿ ਦਿੰਦੇ ਹੋ ਕਿ ਤੁਸੀਂ ਸਿਆਸਤ ਕਰਦੇ ਹੋ, ਇਹ ਸਿਆਸਤ ਨਹੀਂ ਹੈ। ਜਦੋਂ ਉੱਥੋਂ ਦੇ DC ਨੂੰ ਆਰਡਰ ਚੱਲ ਗਿਆ ਕਿ ਇਹ ਸੰਗਤ ਅੱਜ ਜਾਂ ਕੱਲ੍ਹ ਜਿਹੜੀ ਇੱਥੋਂ ਰਵਾਨਗੀ ਕਰ ਦੂਗੀ, ਤੇ ਤੁਸੀਂ ਖੁਦ ਬਾ ਖੁਦ ਤੁਹਾਡੇ, ਮੈਂ ਹੁਣ ਕਿਉਂਕਿ ਸਾਡੇ ਕੋਲ ਸਬੂਤ ਨਹੀਂ ਹੈ ਕਿ ਉਸ ਚੀਜ਼ ਦਾ, ਤੇ ਤੁਹਾਡੇ ਬੜੇ ਸੀਨੀਅਰ ਪੱਧਰ ਦੇ ਅਧਿਕਾਰੀ ਨੇ ਫੋਨ ਕਰਕੇ ਰੋਕਿਆ। ਹੁਣ ਇਸ ਚੀਜ਼ ਦਾ ਅਸੀਂ ਕੀ ਕਰੀਏ ਤੇ ਕੀ ਨਾ ਕਰੀਏ। ਚੱਲ ਖੈਰ, ਮੈਂ ਹੱਥ ਜੋੜ ਕੇ ਬੇਨਤੀ ਕਰਾਂ ਕਿ ਜਿਹੜੇ ਪੈਸੇ ਕੇਂਦਰ ਸਰਕਾਰ ਤੋਂ ਆਉਂਦੇ ਉਹ ਪਾਸ ਆਨ ਕਰੋ, ਥੱਲੇ ਜਨਤਾ ਤੱਕ ਪਹੁੰਚਾਓ, ਔਰ ਜਦੋਂ ਉਹਨਾਂ ਨੂੰ ਵਰਤ ਲਓਗੇ ਤਾਂ ਆਪਾਂ ਸਾਰੇ ਰਲ ਕੇ ਮੋਦੀ ਸਾਹਿਬ ਦੀ ਸਰਕਾਰ ਦੇ ਦੁਆਲੇ ਫਿਰ ਹੋਵਾਂਗੇ ਕਿ ਸਾਨੂੰ ਭਾਈ ਇੰਨੀ ਚੀਜ਼ ਦੀ ਲੋੜ ਹੈ ਤੇ ਸਾਨੂੰ ਹੋਰ ਦਿਓ। ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ, ਇਹ ਗੁੰਮਰਾਹਕੁਨ ਪ੍ਰਚਾਰ ਦੇ ਖਿਲਾਫ ਸਾਰੇ ਹੀ ਆਪਾਂ ਲਾਈਵ ਹੋ ਕੇ ਇਸ ਚੀਜ਼ ਨੂੰ ਲੋਕਾਂ ਦੇ, ਜਨਤਾ ਦੇ ਵਿੱਚ ਦੱਸੋ, ਕਿਉਂਕਿ ਨਹੀਂ ਤਾਂ ਇਹਨਾਂ ਨੇ ਇਹ ਝੂਠ ਇੰਨੀ ਜ਼ੋਰ ਨਾਲ ਬੋਲਦੀ ਹੈ ਸਰਕਾਰ, ਜਿਵੇਂ ਪਹਿਲਾਂ ਗੁਟਕਾ ਸਾਹਿਬ ਹੱਥ 'ਚ ਫੜ ਕੇ ਬੋਲਿਆ ਸੀ, ਹੁਣ ਵੀ ਇੰਨੀ ਜ਼ੋਰ ਨਾਲ ਬੋਲੂਗੀ ਕਿ ਐਂ ਲੱਗੂਗਾ ਕਿ ਖਣੀ ਇਹ ਸ਼ਾਇਦ ਸੱਚ ਕਹਿੰਦੇ ਆ। ਮੈਂ ਫਿਰ ਇੱਕ ਵਾਰੀ ਸਰਕਾਰ ਤੋਂ ਮੰਗ ਕਰੂੰਗਾ ਕਿ ਜੇ ਅਸੀਂ ਝੂਠੇ, ਅਸੀਂ ਮਾਫੀ ਮੰਗਾਂਗੇ ਜਨਤਕ ਤੌਰ ਤੇ। ਜਿਹੜਾ ਸਟੇਟ ਡਿਜ਼ਾਸਟਰ ਰਿਸਕ ਫੰਡ ਹੈ, ਕਿਰਪਾ ਕਰਕੇ ਪੰਜਾਬ ਦੇ ਲੋਕਾਂ ਨੂੰ ਉਹ ਦੱਸਿਆ ਜਾਵੇ ਵੀ 2005 ਤੋਂ ਲੈ ਕੇ 2020 ਤੱਕ ਟੋਟਲ ਖਜ਼ਾਨੇ ਦੇ ਵਿੱਚ ਕਿੰਨਾ ਪਿਆ, ਤੇ ਜਾਂ ਹੁਣ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਉਹਦੇ ਚੋਂ ਕਿੰਨਾ ਖਰਚਾ ਹੈ। ਸੋ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।